ਡੀਅਰ ਸਟੂਡੈਂਟਸ, ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਜਿੱਥੇ ਕਿਤੇ ਵੀ ਤੁਸੀਂ ਹੋਵੋਗੇ ਹੈਲਦੀ ਹੋਵੋਗੇ ਅਤੇ ਖੁਸ਼ ਹੋਵੋਗੇ। ਅੱਜ ਦਾ ਸਾਡਾ ਟੌਪਿਕ ਹੈ ਸੈਂਪਲਿੰਗ ਮੈਥਡ, ਨਮੂਨਾ ਵਿਧੀ। ਸਮਾਜਿਕ ਖੋਜ ਦੇ ਵਿੱਚ ਸੈਂਪਲਿੰਗ ਮੈਥਡ ਜਾਂ ਨਮੂਨਾ ਵਿਧੀ ਦਾ ਇੱਕ ਮਹੱਤਵਪੂਰਨ ਥਾਂ ਹੈ ਜਾਂ ਮਹੱਤਵਪੂਰਨ ਟੌਪਿਕ ਹੈ। ਸਮਾਜਿਕ ਖੋਜ ਦੇ ਵਿੱਚ, ਸੋਸ਼ਲ ਰਿਸਰਚ ਦੇ ਵਿੱਚ ਅਸੀਂ ਹਰ ਥਾਂ ਦੇ ਉੱਤੇ ਸੈਂਪਲਿੰਗ ਮੈਥਡ ਦੀ ਵਰਤੋਂ ਕਰਦੇ ਹਾਂ। ਸਮਾਜਿਕ ਖੋਜ ਦੇ ਵਿੱਚ ਸੈਂਪਲਿੰਗ ਮੈਥਡ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਸੋ ਸੈਂਪਲਿੰਗ ਮੈਥਡ ਇੱਕ ਮਹੱਤਵਪੂਰਨ ਟੌਪਿਕ ਹੈ। ਤਾਂ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਸਧਾਰਨ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸੈਂਪਲਿੰਗ ਮੈਥਡ ਹੈ ਕੀ। ਜਿਵੇਂ ਤੁਸੀਂ ਕਿਸੇ ਸਵੀਟ ਸ਼ਾਪ ਦੇ ਉੱਤੇ ਜਾਂਦੇ ਹੋ ਜਾਂ ਮਠਿਆਈ ਦੀ ਦੁਕਾਨ ਦੇ ਉੱਤੇ ਜਾਂਦੇ ਹੋ ਤਾਂ ਦੁਕਾਨਦਾਰ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਬਰਫੀ ਲੈਣੀ ਹੈ, ਪਹਿਲਾਂ ਇੱਕ ਪੀਸ ਦਿਖਾ। ਤਾਂ ਤੁਸੀਂ ਉਹ ਪੀਸ ਖਾ ਕੇ ਦੇਖਦੇ ਹੋ ਅਤੇ ਜੇ ਤੁਹਾਨੂੰ ਉਹ ਟੇਸਟੀ ਲੱਗਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ 1 ਕਿਲੋ ਬਰਫੀ ਪੈਕ ਕਰ ਦੇ। ਜੇ ਤੁਹਾਨੂੰ ਟੇਸਟੀ ਨਹੀਂ ਲੱਗਦੀ ਤਾਂ ਤੁਸੀਂ ਉਸ ਬਰਫੀ ਨੂੰ ਰਿਜੈਕਟ ਕਰ ਦਿੰਦੇ ਹੋ ਅਤੇ ਦੂਜੀ ਬਰਫੀ ਦੇਖਦੇ ਹੋ। ਫਿਰ ਦੂਜੀ ਜੇਕਰ ਤੁਹਾਨੂੰ ਟੇਸਟੀ ਲੱਗਦੀ ਹੈ ਫਿਰ ਤੁਸੀਂ ਕਹਿੰਦੇ ਹੋ ਕਿ 1 ਕਿਲੋ ਬਰਫੀ ਪੈਕ ਕਰ ਦੇ। ਤਾਂ ਪੁਆਇੰਟ ਕੀ ਹੋਇਆ, ਉਸ ਇੱਕ ਪੀਸ ਬਰਫੀ ਨੇ ਬਰਫੀ ਦੀ ਟਰੇ ਨੂੰ ਸਹੀ ਸਾਬਤ ਕਰ ਦਿੱਤਾ ਕਿ ਇਹ ਬਰਫੀ ਖਾਣਯੋਗ ਹੈ। ਯਾਨੀ ਕਿ ਉਹ ਇੱਕ ਪੀਸ ਬਰਫੀ ਦਾ ਸਾਰੀ ਬਰਫੀ ਦੇ ਲਈ ਸੈਂਪਲ ਹੋਇਆ, ਕਿਉਂਕਿ ਉਸ ਦੇ ਆਧਾਰ 'ਤੇ ਹੀ ਤੁਸੀਂ ਇਹ ਅੰਦਾਜ਼ਾ ਲਗਾਇਆ ਕਿ ਇਹ ਬਰਫੀ ਟੇਸਟੀ ਹੈ। ਹੁਣ ਅਸੀਂ ਅੱਗੇ ਚੱਲੀਏ ਕਿ ਸੈਂਪਲਿੰਗ ਮੈਥਡ ਜੋ ਸਮਾਜਿਕ ਖੋਜ ਦੇ ਵਿੱਚ ਵਰਤਿਆ ਜਾਂਦਾ ਹੈ ਉਹ ਕੀ ਹੈ, ਕਿਉਂਕਿ ਸੇਮ ਚੀਜ਼ ਹੈ ਜੋ ਅਸੀਂ ਹੁਣ ਸਧਾਰਨ ਸ਼ਬਦਾਂ ਦੀ ਗੱਲ ਕੀਤੀ। ਸੈਂਪਲਿੰਗ ਮੈਥਡ ਤੋਂ ਮਤਲਬ ਇਹ ਹੈ ਕਿ ਸੈਂਪਲਿੰਗ ਮੈਥਡ, ਕਿਉਂਕਿ ਅਸੀਂ ਸਮਾਜਿਕ ਖੋਜ ਦੇ ਵਿੱਚ ਪੂਰੀ ਪਾਪੂਲੇਸ਼ਨ ਦੀ ਸਟੱਡੀ ਨਹੀਂ ਕਰ ਸਕਦੇ, ਪੂਰੀ ਪਾਪੂਲੇਸ਼ਨ ਦਾ ਅਧਿਐਨ ਨਹੀਂ ਕਰ ਸਕਦੇ। ਜਿਵੇਂ ਪੂਰੇ ਪਟਿਆਲੇ ਦੇ ਲੋਕਾਂ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ, ਜਿਵੇਂ ਪੂਰੇ ਪੰਜਾਬ ਦੇ ਲੋਕਾਂ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ, ਪੂਰੇ ਇੰਡੀਆ ਦੇ ਲੋਕਾਂ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ, ਪੂਰੀ ਦੁਨੀਆ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ। ਤਾਂ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਅਸੀਂ ਸੈਂਪਲਿੰਗ ਮੈਥਡ ਦੀ ਵਰਤੋਂ ਕਰਦੇ ਹਾਂ। ਤਾਂ ਸੈਂਪਲਿੰਗ ਮੈਥਡ ਕੀ ਹੈ? ਸੈਂਪਲਿੰਗ ਮੈਥਡ ਤੋਂ ਮਤਲਬ ਹੈ ਕਿ ਤੁਹਾਡਾ ਜੋ ਖੋਜ ਦਾ ਯੂਨੀਵਰਸ ਹੈ, ਜਿੱਥੋਂ ਦੀ ਤੁਸੀਂ ਸਟੱਡੀ ਕਰਨੀ ਹੈ, ਉਸ ਪਾਪੂਲੇਸ਼ਨ ਦੇ ਵਿੱਚੋਂ ਅਸੀਂ ਕੁਝ ਰਿਪਰਜੈਂਟੇਟਿਵ ਯੂਨਿਟਸ ਚੁਣ ਲੈਂਦੇ ਹਾਂ, ਕੁਝ ਪ੍ਰਤੀਨਿਧ ਇਕਾਈਆਂ ਦੀ ਚੋਣ ਕਰ ਲੈਂਦੇ ਹਾਂ। ਤਾਂ ਉਸ ਆਧਾਰ ਦੇ ਉੱਤੇ ਅਸੀਂ ਰਿਸਰਚ ਕਰਦੇ ਹਾਂ। ਤਾਂ ਉਹ ਪ੍ਰਤੀਨਿਧ ਇਕਾਈਆਂ ਦਾ ਚੁਣਨਾ ਸੈਂਪਲਿੰਗ ਮੈਥਡ ਹੈ। ਅਤੇ ਅਸੀਂ ਜਿਵੇਂ ਪਟਿਆਲੇ ਦੀ ਸਟੱਡੀ ਕਰਨੀ ਹੋਵੇ, ਉਸ ਦੇ ਵਿੱਚੋਂ ਅਸੀਂ ਰਿਪਰਜੈਂਟੇਟਿਵ ਯੂਨਿਟਸ ਚੁਣ ਕੇ ਫਿਰ ਅੱਗੇ ਅਸੀਂ ਆਪਣੀ ਸੋਸ਼ਲ ਰਿਸਰਚ ਕਰਾਂਗੇ, ਸਮਾਜਿਕ ਖੋਜ ਕਰਾਂਗੇ। ਤਾਂ ਇਸ ਵਿਧੀ ਨੂੰ ਜਿਹੜਾ ਹੈ ਅਸੀਂ ਸੈਂਪਲਿੰਗ ਮੈਥਡ ਆਖਦੇ ਹਾਂ। ਹੁਣ ਅੱਗੇ ਆਈਏ, ਕਿਉਂਕਿ ਸੈਂਪਲਿੰਗ ਮੈਥਡ ਦੀ ਵਰਤੋਂ ਕਰਨਾ ਇਸ ਗੱਲ ਦੇ ਉੱਤੇ ਹੈ ਕਿਉਂਕਿ ਸਮਾਜ ਦੇ ਵਿੱਚ ਕੁਝ ਇਕਾਈਆਂ ਸੇਮ ਹੁੰਦੀਆਂ ਨੇ, ਯੂਨਿਟ ਸੇਮ ਹੁੰਦੀਆਂ ਨੇ, ਇਸ ਕਰਕੇ ਅਸੀਂ ਸੈਂਪਲ ਚੁਣ ਸਕਦੇ ਹਾਂ। ਤਾਂ ਇਸ ਕਰਕੇ ਸੈਂਪਲਿੰਗ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਅੱਗੇ ਆਈਏ ਅਸੀਂ ਕਿ ਸੈਂਪਲਿੰਗ ਮੈਥਡ ਦੀਆਂ ਟਾਈਪਸ ਕਿੰਨੇ ਤਰ੍ਹਾਂ ਦੀਆਂ ਨੇ, ਕਿਸਮਾਂ ਕਿੰਨੇ ਤਰ੍ਹਾਂ ਦੀਆਂ ਨੇ।
ਤਾਂ ਪਿਆਰੇ ਵਿਦਿਆਰਥੀਓ, ਸੈਂਪਲਿੰਗ ਮੈਥਡ ਦੀਆਂ ਮੋਟੇ ਤੌਰ 'ਤੇ ਦੋ ਕਿਸਮਾਂ ਹੈਗੀਆਂ। ਨੰਬਰ 1 ਪ੍ਰੋਬੇਬਿਲਿਟੀ ਜਾਂ ਰੈਂਡਮ ਸੈਂਪਲਿੰਗ। ਪ੍ਰੋਬੇਬਿਲਿਟੀ ਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਸੰਭਾਵਕੀ ਸੈਂਪਲਿੰਗ। ਤੇ ਰੈਂਡਮ ਨੂੰ ਰੈਂਡਮ ਕਹਾਂਗੇ। ਇੱਕ ਗੱਲ ਨੋਟ ਰੱਖਣਾ, ਕਿਉਂਕਿ ਤੁਹਾਡੇ ਕੁਐਸਚਨ ਪੇਪਰਾਂ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਰੈਂਡਮ ਪੰਜਾਬੀ ਦੇ ਵਿੱਚ ਹੀ ਲਿਖਿਆ ਹੁੰਦਾ, ਰੈਂਡਮ ਸੈਂਪਲਿੰਗ। ਤਾਂ ਪ੍ਰੋਬੇਬਿਲਿਟੀ ਜਾਂ ਰੈਂਡਮ ਜਾਂ ਸੰਭਾਵਕੀ ਸੈਂਪਲਿੰਗ ਹੈ ਕੀ? ਇਸ ਦੇ ਵਿੱਚ ਪਿਆਰੇ ਵਿਦਿਆਰਥੀਓ, ਹਰ ਇੱਕ ਨੂੰ ਬਰਾਬਰ ਚੁਣੇ ਜਾਣ ਦਾ ਮੌਕਾ ਮਿਲਦਾ। ਜਿੰਨੇ ਵੀ ਰਿਸਪੋਂਡੈਂਟਸ ਹੈਗੇ, ਕੋਈ ਵੀ ਰਿਸਪੋਂਡੈਂਟਸ ਚੁਣਿਆ ਜਾ ਸਕਦਾ ਹੈ। ਤਾਂ ਉਸ ਵਿਧੀ ਨੂੰ ਅਸੀਂ ਕਹਿੰਦੇ ਹਾਂ ਪ੍ਰੋਬੇਬਿਲਿਟੀ ਸੈਂਪਲ ਮੈਥਡ, ਰੈਂਡਮ ਸੈਂਪਲ, ਸੰਭਾਵਕੀ ਸੈਂਪਲ। ਤਾਂ ਇਸ ਦੇ ਵਿੱਚ ਦੋ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ। ਨੰਬਰ 1 ਕਿ ਹਰ ਇੱਕ ਰਿਸਪੋਂਡੈਂਟਸ ਨੂੰ ਬਰਾਬਰ ਚੁਣੇ ਜਾਣ ਦਾ ਮੌਕਾ ਮਿਲਦਾ ਹੈ। ਇਕੁਅਲ ਅਪੋਰਚੁਨਿਟੀ ਟੂ ਰਿਸਪੋਂਡੈਂਟਸ ਟੂ ਬੀ ਸਿਲੈਕਟਡ। ਸੈਕੰਡ, ਸੋਸ਼ਲ ਰਿਸਰਚਰ ਜੋ ਹੈ ਉਹ ਇੰਪਾਰਸ਼ਲ ਹੋਏਗਾ ਰਿਸਪੋਂਡੈਂਟਸ ਦੇ ਪ੍ਰਤੀ। ਯਾਨੀ ਕਿ ਸੋਸ਼ਲ ਰਿਸਰਚਰ ਜਾਂ ਸਮਾਜਿਕ ਖੋਜੀ ਜੋ ਹੈ ਉਹ ਕਿਸੇ ਨਾਲ ਚੋਣ ਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰ ਸਕਦਾ। ਤਾਂ ਇਹ ਦੋ ਗੱਲਾਂ ਜਿਹੜੀਆਂ ਹੈਗੀਆਂ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਵਰਤੀਆਂ ਜਾਂਦੀਆਂ। ਹੁਣ ਅੱਗੇ ਆ ਜਾਈਏ ਕਿ ਪ੍ਰੋਬੇਬਿਲਿਟੀ ਸੈਂਪਲ ਦੇ ਵਿੱਚ ਮੁੱਖ ਕਿਸਮਾਂ ਕਿਹੜੀਆਂ ਨੇ? ਨੰਬਰ 1 ਲਾਟਰੀ ਮੈਥਡ, ਨੰਬਰ 2 ਡਰਮ ਮੈਥਡ, ਨੰਬਰ 3 ਟਿਪਟ ਜਾਂ ਫਿਸ਼ਰ ਮੈਥਡ, ਨੰਬਰ 4 ਗ੍ਰਿਡ ਮੈਥਡ ਤੇ ਨੰਬਰ 5 ਸਿਸਟੇਮੈਟਿਕ ਮੈਥਡ। ਤਾਂ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਲਾਟਰੀ ਮੈਥਡ ਦੇ ਉੱਤੇ। ਤਾਂ ਜਦੋਂ ਵੀ ਅਸੀਂ ਕੋਈ ਪ੍ਰੋਬੇਬਿਲਿਟੀ ਸੈਂਪਲ ਚੁਣਨਾ ਹੈ ਤਾਂ ਉਸ ਦੇ ਵਿੱਚ ਅਸੀਂ ਲਾਟਰੀ ਮੈਥਡ ਦੀ ਵਰਤੋਂ ਕਰਦੇ ਹਾਂ। ਲਾਟਰੀ ਮੈਥਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਰੀਆਂ ਪਰਚੀਆਂ, ਹਰ ਇੱਕ ਵਿਅਕਤੀ ਦੀਆਂ ਪਰਚੀਆਂ ਪਾ ਲੈਂਦੇ ਹਾਂ। ਸਪੋਜ਼ ਕਰੋ ਜਿਵੇਂ ਕਿ ਅਸੀਂ ਕਾਲਜ ਦੇ ਵਿਦਿਆਰਥੀਆਂ ਦਾ ਸੈਂਪਲ ਲੈਣਾ, ਤਾਂ ਸਾਡੇ ਕਾਲਜ ਦੇ ਵਿੱਚ ਲਗਭਗ 7000 ਸਟੂਡੈਂਟਸ ਹੈਗੇ। ਤਾਂ ਅਸੀਂ ਸਾਰੇ ਵਿਦਿਆਰਥੀਆਂ ਦੀਆਂ 7000 ਪਰਚੀਆਂ ਪਾ ਕੇ ਉਹਨਾਂ ਦੇ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਚੁਣ ਲਵਾਂਗੇ। ਤਾਂ ਇਹ ਹੈ ਲਾਟਰੀ ਮੈਥਡ। ਸੈਕੰਡ ਹੈ ਜੀ ਡਰਮ ਮੈਥਡ। ਡਰਮ ਮੈਥਡ ਵੀ ਲਾਟਰੀ ਮੈਥਡ ਵਰਗਾ ਹੀ ਹੈ, ਇਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਪਰ ਉਸ ਦੇ ਵਿੱਚ ਜਿਹੜਾ ਹੈ ਪਰਚੀਆਂ ਜਿਹੜੀਆਂ ਨੇ ਇੱਕ ਡਰਮ ਦੇ ਵਿੱਚ ਪਾਈਆਂ ਜਾਂਦੀਆਂ ਨੇ। ਤਾਂ ਡਰਮ ਜਦੋਂ ਅਸੀਂ ਇੱਕ ਪਰਚੀ ਕੱਢਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਫਿਕਸ ਕਰ ਲੈਂਦੇ ਹਾਂ ਕਿ ਡਰਮ ਨੂੰ ਦੁਬਾਰਾ ਕਿੰਨੇ ਵਾਰ ਘੁਮਾਉਣਾ। ਤਾਂ ਅਸੀਂ ਇੱਕ ਪਰਚੀ ਕੱਢੀ ਅਤੇ ਫਿਰ ਡਰਮ ਨੂੰ 10 ਵਾਰ ਘੁਮਾਇਆ, ਫਿਰ ਦੂਜੀ ਪਰਚੀ ਕੱਢੀ, ਫਿਰ ਡਰਮ ਨੂੰ ਫਿਰ 10 ਵਾਰ ਘੁਮਾਇਆ, ਫਿਰ ਤੀਜੀ ਪਰਚੀ ਕੱਢੀ, ਫਿਰ ਡਰਮ ਨੂੰ 10 ਵਾਰ ਘੁਮਾਇਆ। ਇਸ ਢੰਗ ਨਾਲ ਅਸੀਂ ਆਪਣਾ ਸੈਂਪਲ ਚੁਣਦੇ ਹਾਂ। ਤਾਂ ਇਸ ਤੋਂ ਬਾਅਦ ਤੀਜਾ ਹੈ ਸਾਡੇ ਕੋਲ ਟਿਪਟ ਜਾਂ ਫਿਸ਼ਰ ਮੈਥਡ। ਇਹ ਵਿਅਕਤੀਆਂ ਦੇ ਨਾਮ ਨੇ। ਇਹਨਾਂ ਨੇ ਆਪਣੀਆਂ ਵਿਧੀਆਂ ਬਣਾਈਆਂ ਸੀਗੀਆਂ ਕਿ ਉਸ ਦੇ ਵਿੱਚ ਉਹਨਾਂ ਨੇ ਕੁਝ ਰੈਂਡਮ ਨੰਬਰ ਦਿੱਤੇ। ਤਾਂ ਉਸ ਰੈਂਡਮ ਨੰਬਰ ਦੇ ਮੁਤਾਬਕ ਤੁਸੀਂ ਆਪਣਾ ਸੈਂਪਲ ਚੁਣਨਾ ਹੁੰਦਾ। ਤਾਂ ਫੋਰਥ ਹੈ ਗ੍ਰਿਡ ਮੈਥਡ। ਗ੍ਰਿਡ ਮੈਥਡ ਤੋਂ ਕੀ ਮਤਲਬ ਹੈ ਕਿ ਤੁਸੀਂ ਜਿਸ ਥਾਂ ਦੀ ਤੁਸੀਂ ਸਮਾਜਿਕ ਖੋਜ ਕਰਨੀ ਹੈ ਤਾਂ ਉਸ ਦਾ ਮੈਪ ਲੈ ਕੇ, ਨਕਸ਼ਾ ਲੈ ਕੇ, ਜਿਵੇਂ ਪਟਿਆਲੇ ਦਾ ਅਸੀਂ ਕਰਨੀ ਹੈ ਸਟੱਡੀ, ਪਟਿਆਲੇ ਦਾ ਨਕਸ਼ਾ ਲਿਆ, ਉਸ ਦੇ ਉੱਤੇ ਉਹ ਜੋ ਗ੍ਰਿਡ ਬਣੇ ਹੁੰਦੇ ਨੇ ਇੱਦਾਂ ਇਸ ਢੰਗ ਨਾਲ, ਤਾਂ ਉਹ ਗ੍ਰਿਡ ਉਸ ਮੈਪ ਦੇ ਉੱਤੇ ਰੱਖ ਦੇਣਾ ਹੁੰਦਾ। ਤਾਂ ਉਸ ਗ੍ਰਿਡ ਦੇ ਵਿੱਚੋਂ ਜੋ ਇੱਕ ਗ੍ਰਿਡ, ਇੱਕ ਯੂਨਿਟ ਜਾਂ ਇੱਕ ਪਾਰਟ ਜਿਹੜਾ ਹੈ ਚੁਣਨਾ ਹੈ, ਉਹ ਤੁਸੀਂ ਉਸ ਦੇ ਵਿੱਚੋਂ ਸਿਲੈਕਟ ਕਰ ਲੈਂਦੇ ਹੋ। ਕਹਿਣ ਦਾ ਮਤਲਬ ਮੈਪ ਦੇ ਉੱਤੇ ਗ੍ਰਿਡ ਰੱਖ ਕੇ
ਉਸਨੂੰ ਡਿਵਾਈਡ ਕਰਕੇ ਉਸ ਦਾ ਗ੍ਰਿਡ ਬਣਾ ਕੇ ਉਸ ਦੇ ਵਿੱਚੋਂ ਕੁਝ ਆਈਟਮਾਂ ਨੂੰ ਚੁਣ ਲੈਣਾ ਹੁੰਦਾ, ਉਹ ਸਾਡੇ ਸੈਂਪਲ ਦੇ ਵਿੱਚ ਆ ਜਾਣਗੇ। ਤਾਂ ਲਾਸਟ ਹੈ ਸਿਸਟੇਮੈਟਿਕ ਮੈਥਡ। ਸਿਸਟੇਮੈਟਿਕ ਮੈਥਡ ਦੇ ਵਿੱਚ ਕੀ ਨੇ, ਦੋ ਢੰਗ ਨਾਲ ਅਸੀਂ ਸਿਸਟੇਮੈਟਿਕ ਮੈਥਡ ਕਰ ਸਕਦੇ ਹਾਂ। ਨੰਬਰ 1 ਐਲਫਾਬੈਟਿਕਲੀ, ਨੰਬਰ 2 ਨੰਬਰ ਮੈਥਡ ਨਾਲ। ਤਾਂ ਪਹਿਲਾਂ ਜਾਂ ਤਾਂ ਜੇ ਵਿਅਕਤੀਆਂ ਦੇ ਨਾਮ ਨੇ ਉਹਨਾਂ ਨੂੰ ਐਲਫਾਬੈਟਿਕਲੀ ਸੈੱਟ ਕਰ ਲਓ, ਜਿਵੇਂ ਏ ਦੇ ਸਾਰੇ ਨਾਮ, ਫਿਰ ਬੀ ਦੇ ਸਾਰੇ ਨਾਮ, ਫਿਰ ਸੀ ਦੇ ਸਾਰੇ ਨਾਮ, ਫਿਰ ਡੀ ਦੇ ਸਾਰੇ ਨਾਮ। ਤਾਂ ਉਹਨਾਂ ਦੇ ਵਿੱਚੋਂ ਫਿਰ ਤੁਸੀਂ ਐਲਫਾਬੈਟਿਕਲੀ ਕਿ ਕਿੰਨੇ ਕਿੰਨੇ ਛੱਡ ਕੇ ਤੁਸੀਂ ਚੁਣਨੇ ਨੇ, ਕਿਸ ਢੰਗ ਨਾਲ ਉਸਨੂੰ ਆਪਣਾ ਸੈਂਪਲ ਤੁਹਾਡਾ ਜਿੰਨਾ ਚਾਹੀਦਾ ਉਸ ਦੇ ਮੁਤਾਬਕ ਚੁਣ ਲੈਣਾ। ਜਾਂ ਫਿਰ ਹਰ ਇੱਕ ਵਿਅਕਤੀ ਨੂੰ ਜਿਹੜਾ ਹੈ ਨੰਬਰ ਦਿੱਤਾ ਜਾਂਦਾ, ਫਿਰ ਨੰਬਰਾਂ ਦੇ ਮੁਤਾਬਕ ਉਸ ਦੇ ਵਿੱਚੋਂ ਅਸੀਂ ਚੁਣਨਾ ਹੈ। ਜਿਵੇਂ ਫਾਰ ਐਗਜ਼ਾਮਪਲ ਅਸੀਂ ਸਭ ਤੋਂ ਪਹਿਲਾਂ 7 ਚੁਣ ਲਿਆ, ਫਿਰ 17 ਚੁਣ ਲਿਆ, ਫਿਰ 27 ਚੁਣ ਲਿਆ, ਫਿਰ 37 ਚੁਣ ਲਿਆ, ਅਤੇ ਫਿਰ 47 ਚੁਣ ਲਿਆ। ਤਾਂ ਕੋਈ ਵੀ ਤੁਸੀਂ ਨੰਬਰ ਰੱਖ ਸਕਦੇ ਹੋ। ਫਾਰ ਐਗਜ਼ਾਮਪਲ 3 ਚੁਣ ਲਿਆ, ਫਿਰ 13 ਚੁਣ ਲਿਆ, ਫਿਰ 23 ਚੁਣ ਲਿਆ, ਅਤੇ ਫਿਰ ਜਿਹੜਾ ਹੈ 33 ਚੁਣ ਲਿਆ। ਇਸ ਢੰਗ ਨਾਲ ਤੁਸੀਂ ਸਿਸਟੇਮੈਟਿਕ ਸੈਂਪਲ ਚੁਣ ਸਕਦੇ ਹੋ। ਤਾਂ ਇਸ ਤੋਂ ਇਲਾਵਾ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਮੈਥਡ ਦੇ ਵਿੱਚ ਦੋ ਇੰਪੋਰਟੈਂਟ ਟਾਈਪਸ ਹੋਰ ਹੈਗੀਆਂ, ਜਿਹੜੀਆਂ ਕਿ ਪ੍ਰੋਬੇਬਿਲਿਟੀ ਸੈਂਪਲ ਜਾਂ ਰੈਂਡਮ ਸੈਂਪਲਿੰਗ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ। ਨੰਬਰ 1 ਸਟ੍ਰੈਟੀਫਾਈਡ ਸੈਂਪਲਿੰਗ, ਸਤਰੀਕ੍ਰਿਤ ਨਮੂਨਾ ਵਿਧੀ। ਤਾਂ ਸਟ੍ਰੈਟੀਫਾਈਡ ਸੈਂਪਲਿੰਗ ਤੋਂ ਕੀ ਮਤਲਬ ਹੈ, ਕਈ ਵਾਰ ਜਦੋਂ ਅਸੀਂ ਏਰੀਆ ਵੱਡਾ ਹੋਵੇ, ਸਾਡੀ ਪਾਪੂਲੇਸ਼ਨ ਸਾਈਜ਼ ਵੱਡੀ ਹੋਵੇ, ਜਾਂ ਤੁਹਾਡਾ ਯੂਨੀਵਰਸ ਆਫ ਸਟੱਡੀਜ਼ ਵੱਡਾ ਹੋਵੇ, ਤਾਂ ਅਸੀਂ ਉਸਨੂੰ ਪਹਿਲਾਂ ਤੋਂ ਕੁਝ ਯੂਨਿਟ ਦੇ ਵਿੱਚ ਵੰਡ ਲੈਂਦੇ ਹਾਂ। ਤਾਂ ਯੂਨਿਟ ਦੇ ਵਿੱਚ ਵੰਡਣ ਤੋਂ ਮਤਲਬ ਕੀ ਹੈ ਕਿ ਸਪੋਜ਼ ਕਰੋ ਜਿਵੇਂ ਅਸੀਂ ਖਾਲਸਾ ਕਾਲਜ ਦੀ ਸਟੱਡੀ ਕਰਨੀ ਹੈ। ਖਾਲਸਾ ਕਾਲਜ ਦੀ ਸਟੱਡੀ ਦੇ ਜਿਵੇਂ ਅਸੀਂ ਕਿਹਾ ਸੀਗਾ ਕਿ 7000 ਵਿਦਿਆਰਥੀ ਲਗਭਗ ਹੈਗੇ। ਤਾਂ ਉਸ ਦੇ ਵਿੱਚ ਸਾਡੇ ਹੁਣ ਕਾਲਜ ਦੇ ਵਿੱਚ ਸਟਰੀਮਜ਼ ਕਿੰਨੀਆਂ ਨੇ, ਮੋਟੇ ਤੌਰ 'ਤੇ ਜੇ ਅਸੀਂ ਦੇਖੀਏ ਆਰਟਸ ਸਟਰੀਮ ਹੈਗੀ ਹੈ, ਅਤੇ ਆਪਣਾ ਸਾਇੰਸ ਸਟਰੀਮ ਹੈਗੀ ਹੈ, ਅਤੇ ਕੰਪਿਊਟਰ ਸਾਇੰਸ, ਅਤੇ ਆਪਣਾ ਦੁਬਾਰਾ ਤੋਂ ਆਪਾਂ ਕਾਊਂਟ ਕਰਦੇ ਹਾਂ ਆਰਟਸ, ਸਾਇੰਸ, ਕੰਪਿਊਟਰ ਅਤੇ ਕਮਰਸ। ਇੰਪੋਰਟੈਂਟ ਕੈਟਾਗਰੀ ਰਹੇਗੀ ਸੀ ਕਮਰਸ ਦੀ। ਤਾਂ ਕਮਰਸ ਤਾਂ 4 ਸਟਰੀਮ ਮੋਟੇ ਤੌਰ 'ਤੇ ਹੈਗੀਆਂ। ਤਾਂ ਅਸੀਂ ਪਹਿਲਾਂ ਜੇ ਕੋਈ ਸਟੱਡੀ ਕਰਨੀ ਆ ਤਾਂ ਇਹਨਾਂ ਨੂੰ ਮੋਟੇ ਤੌਰ 'ਤੇ 4 ਸਟਰੀਮ ਦੇ ਵਿੱਚ ਵੰਡ ਲਾਂਗੇ। ਤਾਂ ਵੰਡ ਕੇ ਫਿਰ ਉਹਨਾਂ ਦੇ ਵਿੱਚ ਜਿਹੜੀਆਂ ਅਸੀਂ ਉੱਪਰ ਵਿਧੀਆਂ ਡਿਸਕਸ ਕੀਤੀਆਂ ਨੇ, ਜਿਵੇਂ ਲੋਟਰੀ ਮੈਥਡ, ਡਰਮ ਮੈਥਡ, ਟਿਪਟ ਜਾਂ ਫਿਸ਼ਰ ਮੈਥਡ, ਗ੍ਰਿਡ ਮੈਥਡ ਅਤੇ ਸਿਸਟੇਮੈਟਿਕ ਮੈਥਡ, ਉਸ ਮੁਤਾਬਕ ਫਿਰ ਜਿਹੜਾ ਹੈ ਅਸੀਂ ਉਹ 4 ਜੋ ਕੈਟਾਗਰੀਆਂ ਵੰਡੀਆਂ ਨੇ ਉਸ ਦੇ ਵਿੱਚੋਂ ਕੋਈ ਸੈਂਪਲ ਚੁਣਦੇ ਹਾਂ। ਜਿਵੇਂ ਕਿ ਆਰਟਸ ਦੇ ਵਿੱਚੋਂ ਫਿਰ ਲੋਟਰੀ ਮੈਥਡ ਅਪਲਾਈ ਕਰਾਂਗੇ, ਸਾਇੰਸ ਦੇ ਵਿੱਚ ਲੋਟਰੀ ਮੈਥਡ ਅਪਲਾਈ ਕਰਾਂਗੇ, ਕਮਰਸ ਦੇ ਵਿੱਚ ਲੋਟਰੀ ਮੈਥਡ ਅਪਲਾਈ ਕਰਾਂਗੇ, ਕੰਪਿਊਟਰ ਦੇ ਵਿੱਚ ਲੋਟਰੀ ਮੈਥਡ ਅਪਲਾਈ ਕਰਾਂਗੇ। ਇਹ ਹੈ ਸਾਡੀ ਸਟ੍ਰੈਟੀਫਾਈਡ ਸੈਂਪਲਿੰਗ। ਤਾਂ ਹੁਣ ਥਰਡ ਹੈ ਸਾਡੇ ਕੋਲ ਕਲਸਟਰ ਜਾਂ ਮਲਟੀ ਸਟੇਜ ਸੈਂਪਲਿੰਗ। ਇਹ ਇੰਪੋਰਟੈਂਟ ਹੈ, ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਵਾਰ ਇਹ ਛੋਟੇ ਕੁਐਸਚਨਾਂ ਦੇ ਵਿੱਚ ਆ ਜਾਂਦੀ ਹੈ, ਮਲਟੀ ਸਟੇਜ ਜਾਂ ਕਲਸਟਰ ਸੈਂਪਲਿੰਗ। ਤਾਂ ਕਲਸਟਰ ਸੈਂਪਲਿੰਗ ਤੋਂ ਕੀ ਮਤਲਬ ਹੈ ਕਿ ਜਦੋਂ ਸਾਡਾ ਡਾਟਾ ਜਿਹੜਾ ਹੈ ਜਾਂ ਸਾਡੀ ਸੋਸ਼ਲ ਰਿਸਰਚ ਜਿਹੜੀ ਹੈਗੀ ਹੈ ਹੋਰ ਕੰਪਲੈਕਸ ਹੈਗੀ, ਕਿ ਅਸੀਂ ਉਸ ਦੀਆਂ ਕਈ ਸਟੇਜਾਂ ਬਣਾ ਕੇ ਜਿਹੜਾ ਹੈ ਉਸਨੂੰ ਕੰਡਕਟ ਕਰਨਾ ਹੈ। ਫਾਰ ਐਗਜ਼ਾਮਪਲ ਕਿ ਸਾਡੀ ਖੋਜ ਦਾ ਕੁਝ ਪਰਪਸ ਜਿਹੜਾ ਹੈ ਕੁਛ ਅਲੱਗ ਹੈ। ਤਾਂ ਉਸ ਦੇ ਵਿੱਚ ਜਿਵੇਂ ਅਸੀਂ ਕਾਲਜ ਦੀ ਉਹ ਐਗਜ਼ਾਮਪਲ ਲੈਂਦੇ ਹਾਂ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਵਾਰ-ਵਾਰ ਇਹ ਬੈਠ ਜਾਵੇ ਕਿ ਕਾਲਜ ਦੇ ਵਿੱਚ 7000 ਵਿਅਕਤੀ ਨੇ, 4 ਸਟਰੀਮਜ਼ ਹੈਗੀਆਂ, ਕੰਪਿਊਟਰ, ਆਰਟਸ, ਸਾਇੰਸ ਅਤੇ ਕਮਰਸ। ਤਾਂ ਹੁਣ ਇਹ 4 ਸਟਰੀਮ ਹੈਗੀਆਂ। ਹੁਣ ਇਹ ਇੱਕ ਸਟੇਜ ਬਣ ਗਈ। ਮਲਟੀ ਸਟੇਜ ਕਿਵੇਂ ਬਣੇਗੀ ਕਿ ਅੱਗੇ ਅਸੀਂ ਇਹਨਾਂ ਸਟਰੀਮ ਦੇ ਵਿੱਚੋਂ ਕਲਾਸ ਵਾਈਜ਼ ਡਾਟਾ ਲੈਣਾ। ਕਲਾਸ ਵਾਈਜ਼ ਤੋਂ ਕੀ ਮਤਲਬ ਹੋਇਆ ਕਿ ਅਸੀਂ ਆਰਟਸ ਦੀਆਂ ਕਲਾਸਾਂ ਦਾ ਅਲੱਗ ਸੈਂਪਲ ਲੈਣਾ
कि आर्ट्स की BA1 BA2 BA3। इस तरह कमर्स दी क्लासां का सैंपल अलग लेना है, BCom1 BCom2 BCom3। तो इस तरह कंप्यूटर BCA1 BCA2 BCA3, साइंस दे विच BSc1 BSc2 BSc3। तो फिर असी जिहड़ा है क्लासां दे उत्ते जिहड़ियां असी उपर 5 विधियां डिस्कस कीतियां ने वो अपलाई करांगे। मतलब कि असी BA1 का सैंपल लैना है तो उस दे विच लॉटरी मैथड, ड्रम मैथड, ग्रिड मैथड, कुछ भी जिहड़ा सॉरी ग्रिड मैथड इत्थे अपलाई नहीं होएगा, तो टिपट मैथड वगैरह असी अपलाई करांगे। फिर सैकेंड ईयर क्लास लवांगे, उस दे उत्ते लॉटरी मैथड, ड्रम मैथड, टिपट मैथड वो अपलाई करांगे। तो इसे ढंग नाल कमर्स दीयां क्लासां दे उत्ते, इसे ढंग नाल कंप्यूटर दीयां क्लासां दे उत्ते, इसे ढंग नाल साइंस दीयां क्लासां दे उत्ते। तो इस ढंग नाल जिहड़ा है असी अलग अलग लॉटरी मैथड, ड्रम मैथड करके अपना सैंपल लै लवांगे। हुण इस दे विच की होया कि असी मल्टी स्टेज कई स्टेजां बना लईआं। पहला स्ट्रीम की स्टेज बनी, फिर क्लासिस की स्टेज बनी, थर्ड के उत्ते जिहड़ा है असी रैंडम या प्रोबेबिलिटी दीयां विधियां जिहड़ियां हैगियां वो अपलाई कीतियां। तो इसनूं कहंदे ने क्लस्टर या मल्टी स्टेज सैंपलिंग। ये एग्जाम दे विच इंपॉर्टेंट है, आंदी है। हुण असी आ जाइए सैकेंड इंपॉर्टेंट सैंपलिंग मैथड। जिमें असी पहला किहड़ी की इंपॉर्टेंट पहली कीती है हुण तक, प्रोबेबिलिटी सैंपलिंग या रैंडम सैंपलिंग या संभावकी सैंपलिंग। ये पहली विधियां हुण तक असी डिस्कस कीतियां। तो हुण सैकेंड इंपॉर्टेंट विधि जिहड़ी है असी वो डिस्कस करन जा रहे हैं। वो किहड़ी है? नॉन प्रोबेबिलिटी सैंपलिंग, नॉन रैंडम सैंपलिंग या गैर संभावकी सैंपलिंग। तो इस विधि दे विच ਜਿਹੜੀਆਂ ਅਸੀਂ ਪ੍ਰੋਬੇਬਿਲਿਟੀ ਸੈਂਪਲਿੰਗ ਜਾਂ ਰੈਂਡਮ ਸੈਂਪਲਿੰਗ ਜਾਂ ਸੁਭਾਵਿਕੀ ਸੈਂਪਲਿੰਗ ਦੇ ਵਿੱਚ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਉਲਟ ਜਾਣਗੀਆਂ। ਸਭ ਤੋਂ ਪਹਿਲਾਂ ਅਸੀਂ ਉਸ ਦੇ ਵਿੱਚ ਕੀ ਗੱਲ ਕੀਤੀ ਸੀ ਕਿ ਸਭ ਨੂੰ ਬਰਾਬਰ ਚੁਣੇ ਜਾਣ ਦਾ ਮੌਕਾ ਮਿਲਦਾ ਹੈ ਰਿਸਪੋਂਡੈਂਟਸ ਨੂੰ। ਤਾਂ ਇੱਥੇ ਉਲਟ ਹੋਏਗਾ ਕਿ ਜਦੋਂ ਰਿਸਪੋਂਡੈਂਟਸ ਨੂੰ ਬਰਾਬਰ ਚੁਣੇ ਜਾਣ ਦਾ ਮੌਕਾ ਨਾ ਮਿਲੇ ਤਾਂ ਉਸ ਵਿਧੀਆਂ ਨੂੰ ਅਸੀਂ नॉन प्रोबेबिलिटी, नॉन रैंडम ते गैर संभावकी सैंपलिंग आखदे हां। कि जदों जो रिस्पोंडेंट्स असीं लैणे ने उन्हां नूं बराबर चुने जाण दा मौका नहीं मिलदा। तो दूजी गल असीं उस दे विच की कही सी कि सोशल रिसर्चर जिहड़ा है इंपार्सल हुंदा है। तो इस विधि दे विच समाजिक खोजी या सोशल रिसर्चर जिहड़ा है वो इंपार्सल नहीं हुंदा। वो अपनी मर्जी दे नाल सारा सैंपल चुनदा है। इस करके इस दे विच बराबर चुने जाण दा मौका नहीं मिलदा। तो इस दे विच दो इंपॉर्टेंट गल्लां किहड़ियां होईयां। सब तो पहली गल कि इस दे विच रिस्पोंडेंट्स नूं चुने जाण दा बराबर मौका नहीं मिलदा। So no equal opportunity to all respondents to be selected. Second, ਅਸੀਂ ਗੱਲ ਕੀ ਹੈ ਕਿ ਇੱਥੇ ਸੋਸ਼ਲ ਰਿਸਰਚਰ ਜਿਹੜਾ ਹੈ ਉਹ ਇੰਪਾਰਸਲ ਨਹੀਂ ਹੋਏਗਾ। He will select with his own choice all sample। ਤਾਂ ਇਸ ਦੀ ਨॉन ਪ੍ਰੋਬੇਬਿਲਿਟੀ ਜਾਂ ਨॉन ਰੈਂਡਮ ਜਾਂ ਗੈਰ ਸੰਭਾਵਕੀ ਸੈਂਪਲਿੰਗ ਦੇ ਵਿੱਚ ਜੋ ਇੰਪੋਰਟੈਂਟ ਕਿਸਮਾਂ ਹੈਗੀਆਂ ਅੱਗੇ ਉਹ ਹੈਗੀਆਂ, ਸਭ ਤੋਂ ਪਹਿਲੀ ਹੈ ਕਨਵੀਨੀਐਂਟ ਸੈਂਪਲਿੰਗ, ਨੰਬਰ 2 ਪਰਪੋਜ਼ਿਵ ਸੈਂਪਲਿੰਗ, ਨੰਬਰ 3 ਕੋਟਾ ਸੈਂਪਲਿੰਗ। ਕਨਵੀਨੀਐਂਟ ਸੈਂਪਲਿੰਗ ਨੂੰ ਅਸੀਂ ਕਹਿੰਦੇ ਹਾਂ ਸੁਵਿਧਾਜਨਕ ਸੈਂਪਲਿੰਗ। ਪਰਪੋਜ਼ਿਵ ਸੈਂਪਲਿੰਗ ਨੂੰ ਅਸੀਂ ਕਹਿੰਦੇ ਹਾਂ ਉਦੇਸ਼ਆਤਮਿਕ ਸੈਂਪਲਿੰਗ। ਕੋਟਾ ਸੈਂਪਲਿੰਗ ਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਕੋਟਾ ਸੈਂਪਲਿੰਗ ਆਖਦੇ ਹਾਂ, ਅਤੇ ਕੋਟਾ ਸੈਂਪਲਿੰਗ ਹੀ ਐਗਜ਼ਾਮ ਦੇ ਵਿੱਚ ਲਿਖੀ ਜਾਂਦੀ ਹੈ, ਖਿਆਲ ਰੱਖਣਾ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਅਸੀਂ ਇਸ ਦਾ ਇਹਨਾਂ ਵਿਧੀਆਂ ਦੇ ਵਿੱਚੋਂ ਪਰਪੋਜ਼ਿਵ ਜਾਂ ਉਦੇਸ਼ਆਤਮਿਕ ਸੈਂਪਲਿੰਗ ਲੈ ਰਹੇ ਹਾਂ। ਤਾਂ ਇਸ ਦੇ ਵਿੱਚ ਜਿਵੇਂ ਨਾਮ ਤੋਂ ਹੀ ਕਲੀਅਰ ਹੈ ਕਿ ਇਸ ਦੇ ਵਿੱਚ ਖੋਜ ਦਾ, ਸਮਾਜਿਕ ਖੋਜ ਦਾ, ਸੋਸ਼ਲ ਰਿਸਰਚ ਦਾ ਉਦੇਸ਼ ਮੁੱਖ ਹੁੰਦਾ ਹੈ।
ਪਰਪਜ਼ ਕੀ ਹੈ ਤੁਹਾਡੀ ਰਿਸਰਚ ਦਾ, ਉਸ ਆਧਾਰਿਤ ਅਸੀਂ ਸੈਂਪਲ ਚੁਣਦੇ ਹਾਂ ਕਿ ਤੁਹਾਡੀ ਖੋਜ ਦਾ ਉਦੇਸ਼ ਕੀ ਹੈ। ਤਾਂ ਜੋ ਉਦੇਸ਼ ਹੋਏਗਾ ਉਸ ਦੇ ਮੁਤਾਬਕ ਹੀ ਰਿਸਰਚਰ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੀ ਆਪਣੀ ਖੋਜ ਦੇ ਵਿੱਚ ਪਾ ਸਕਦਾ ਹੈ। ਹੁਣ ਫਾਰ ਐਗਜ਼ਾਮਪਲ ਮੈਂ ਆਪਣੀ ਐਗਜ਼ਾਮਪਲ ਦੇ ਰਿਹਾ ਕਿ ਮੈਂ ਆਪਣੇ ਐਮਫਿਲ ਦੇ ਵਿੱਚ ਜਦੋਂ ਰਿਸਰਚ ਕੀਤੀ ਸੀ, ਕਿਉਂਕਿ ਮੇਰਾ ਟੌਪਿਕ ਸੀਗਾ ਸੋਸ਼ਲ ਬੈਕਗਰਾਉਂਡ ਐਂਡ ਰਿਲੀਜੀਅਸ ਬਲੀਫਸ ਆਫ ਯੂਨੀਵਰਸਿਟੀ ਸਟੂਡੈਂਟਸ। ਤਾਂ ਹੁਣ ਪਰਪਜ਼ ਕੀ ਸੀਗਾ, ਰਿਲੀਜੀਅਸ ਬਲੀਫਸ ਆਫ ਯੂਨੀਵਰਸਿਟੀ ਸਟੂਡੈਂਟਸ, ਮਤਲਬ ਕਿ ਸਾਰੇ ਰਿਲੀਜਨ ਇਸ ਦੇ ਵਿੱਚ ਕਵਰ ਹੋਣੇ ਚਾਹੀਦੇ ਸੀ। ਤਾਂ ਹੁਣ ਜਦੋਂ ਅਸੀਂ ਸਟੱਡੀ ਕੀਤੀ ਤਾਂ ਤੁਹਾਨੂੰ ਪਤਾ ਹੈ ਕਿ ਸਿੱਖ ਸਟੂਡੈਂਟਸ ਬਹੁ ਮਾਤਰਾ ਦੇ ਵਿੱਚ ਮਿਲਦੇ ਸੀ, ਹਿੰਦੂ ਸਟੂਡੈਂਟਸ ਬਹੁ ਮਾਤਰਾ ਦੇ ਵਿੱਚ ਮਿਲਦੇ ਸੀ, ਪਰ ਮੁਸਲਿਮ ਸਟੂਡੈਂਟਸ ਬਹੁਤ ਘੱਟ ਸੀ। ਤਾਂ ਫਿਰ ਮੈਂ ਕੀ ਕੀਤਾ, ਆਪਣੇ ਸੈਂਪਲ ਨੂੰ ਜਦੋਂ ਚੁਣਿਆ ਤਾਂ ਉਸ ਦੇ ਵਿੱਚ ਜਿੰਨੇ ਵੀ ਮੁਸਲਿਮ ਸਟੂਡੈਂਟਸ ਮੈਨੂੰ ਮਿਲੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਸੈਂਪਲ ਦੇ ਵਿੱਚ ਐਡ ਕਰ ਲਿਆ। ਤਾਂ ਆਪਣਾ ਪਰਪਜ਼ ਰਿਲੀਜੀਅਸ ਬਲੀਫਸ ਦੇ ਨੂੰ ਸੋਲਵ ਕਰਨ ਦੇ ਲਈ ਉੱਥੇ ਉਹ ਰਿਪਰੈਜ਼ੈਂਟੇਟਿਵ ਵਾਲਾ ਫੰਡਾ ਜਿਹੜਾ ਹੈ ਉਹ ਨਹੀਂ ਲਾਗੂ ਹੋਇਆ। ਅਸੀਂ ਆਪਣੀ ਮਰਜ਼ੀ ਨਾਲ ਮੁਸਲਿਮ ਸਟੂਡੈਂਟਸ ਨੂੰ ਜਿੰਨੇ ਵੀ ਮਿਲੇ ਉਹ ਸਾਰੇ ਆਪਣੀ ਰਿਸਰਚ ਦੇ ਵਿੱਚ ਪਾ ਲਏ। ਤਾਂ ਇਸ ਕਰਕੇ ਇਸ ਨੂੰ ਅਸੀਂ ਕਹਿੰਦੇ ਹਾਂ ਪਰਪੋਜ਼ਿਵ ਸੈਂਪਲਿੰਗ, ਉਦੇਸ਼ਾਤਮਿਕ ਸੈਂਪਲਿੰਗ। ਤਾਂ ਸੈਕਿੰਡ ਵਿਧੀ ਹੈ ਜੀ ਕਨਵੀਨੀਐਂਟ ਸੈਂਪਲਿੰਗ, ਸੁਵਿਧਾਜਨਕ ਸੈਂਪਲਿੰਗ। ਇਸ ਦੇ ਵੀ ਨਾਮ ਤੋਂ ਸਪਸ਼ਟ ਹੈ ਜੀ ਕਿ ਕੋਈ ਵੀ ਰਿਸਰਚਰ ਆਪਣੀ ਸੁਵਿਧਾ ਜਾਂ ਸੌਖ ਨੂੰ ਮੁੱਖ ਰੱਖਦੇ ਹੋਏ, ਕਨਵੀਨੀਅੰਸ ਨੂੰ ਮੁੱਖ ਰੱਖਦੇ ਹੋਏ ਸੈਂਪਲ ਚੁਣਦਾ ਹੈ। ਹੁਣ ਸਪੋਜ਼ ਕਰੋ ਜਿਵੇਂ ਕਿ ਕਿਸੇ ਰਿਸਰਚਰ ਨੇ ਖੋਜ ਕਰਨੀ ਹੈ, ਹੁਣ ਸਾਡੀ ਕਲਾਸਾਂ ਦੇ ਵਿੱਚ ਉਹ ਆ ਕੇ ਉਸਨੇ ਸੈਂਪਲ ਲੈਣਾ, ਪਰ ਤੁਹਾਨੂੰ ਪਤਾ ਹੀ ਹੈ ਕਿ ਮੋਸਟਲੀ ਸਾਰੀਆਂ ਕਲਾਸਾਂ ਦੇ ਵਿੱਚ ਸਾਰੀ ਹਾਜ਼ਰੀ ਨਹੀਂ ਹੁੰਦੀ। ਤਾਂ ਹੁਣ ਉਹ ਆਏਗਾ, ਉਸਨੂੰ ਵਾਪਸ ਮੁੜਨਾ ਪਏਗਾ, ਕਿਉਂਕਿ ਜੇਕਰ ਉਸਨੇ ਰਿਪਰੈਜ਼ੈਂਟੇਟਿਵ ਲੈਣਾ, ਪਰ ਉਹ ਆਪਣੀ ਸੌਖ ਨੂੰ ਕਿਉਂਕਿ ਉਹ ਵਾਰ-ਵਾਰ ਗੇੜੇ ਨਹੀਂ ਲਾ ਸਕਦਾ, ਤਾਂ ਫਿਰ ਉਹ ਇੱਕ ਦਿਨ ਆਏਗਾ ਤਾਂ ਉਹ ਜਿਹੜੀਆਂ ਵੀ ਕਲਾਸਾਂ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਉਸਨੂੰ ਮਿਲਣਗੇ ਤਾਂ ਉਹ ਆਪਣੇ ਸੈਂਪਲ ਦੇ ਵਿੱਚ ਪਾ ਲਏਗਾ। ਤਾਂ ਉਸਨੂੰ ਅਸੀਂ ਕਹਿੰਦੇ ਹਾਂ ਸੁਵਿਧਾਜਨਕ ਸੈਂਪਲਿੰਗ, ਕਿਉਂਕਿ ਖੋਜੀ ਨੇ ਜਾਂ ਰਿਸਰਚਰ ਨੇ ਆਪਣੀ ਸੁਵਿਧਾ ਦੇਖੀ, ਆਪਣੀ ਸੌਖ ਦੇਖੀ ਕਿ ਇੱਕ ਦਿਨ ਆਇਆ, ਉਸਨੇ ਜਿੰਨੇ ਵੀ ਉਸਨੂੰ ਸੈਂਪਲ ਆਪਣੇ ਰਿਸਪੋਂਡੈਂਟਸ ਮਿਲੇ ਉਸਨੇ ਆਪਣੀ ਖੋਜ ਦੇ ਵਿੱਚ ਪਾ ਲਏ। ਤਾਂ ਇਸ ਢੰਗ ਨਾਲ ਜਿਹੜਾ ਹੈ ਉਸਨੇ ਆਪਣਾ ਸੈਂਪਲ ਚੁਣ ਲਿਆ। ਤਾਂ ਕੋਈ ਵੀ ਹੋਰ ਵੀ ਕਾਲਜ ਦੇ ਪੁਆਇੰਟ ਤੋਂ ਵੀ ਜਿੱਥੇ ਵੀ ਉਸਨੇ ਜਾਣਾ ਹੈ, ਮਤਲਬ ਜੇ ਪਿੰਡ ਦੀ ਸਟੱਡੀ ਕਰਨੀ ਹੈ, ਪਿੰਡ ਦੇ ਵਿੱਚ ਜਿਹੜੇ ਜਿਹੜੇ ਉਸਨੂੰ ਮਿਲੇ, ਜਿਹੜੇ ਜਿਹੜੇ ਟੱਕਰੇ, ਉਸਨੂੰ ਆਪਣੇ ਸੈਂਪਲ ਦੇ ਵਿੱਚ ਐਡ ਕਰ ਲਿਆ ਆਪਣੀ ਸੌਖ ਦੇ ਅਨੁਸਾਰ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਸੁਵਿਧਾਜਨਕ ਜਾਂ ਕਨਵੀਨੀਐਂਟ ਸੈਂਪਲਿੰਗ। ਥਰਡ ਹੈ ਜੀ ਇਸ ਦੇ ਵਿੱਚ ਲਾਸਟ ਜਿਹੜੀ ਕੋਟਾ ਸੈਂਪਲਿੰਗ। ਕੋਟਾ ਸੈਂਪਲਿੰਗ ਮੋਟੇ ਤੌਰ 'ਤੇ ਕਲਸਟਰ ਸੈਂਪਲਿੰਗ ਜਾਂ ਮਲਟੀ ਸਟੇਜ ਸੈਂਪਲਿੰਗ ਵਾਂਗ ਹੀ ਹੈ। ਬਸ ਇਸ ਦੇ ਵਿੱਚ ਇਹੀ ਹੈ ਕਿ ਅਸੀਂ ਜਿਵੇਂ ਐਂਡ ਦੇ ਵਿੱਚ ਅਸੀਂ ਲੋਟਰੀ ਮੈਥਡ ਜਾਂ ਡਰਮ ਮੈਥਡ ਜਾਂ ਟਿਪਟ ਮੈਥਡ ਵਗੈਰਾ ਅਪਲਾਈ ਕਰਦੇ ਸੀ, ਉਹ ਇੱਥੇ ਅਪਲਾਈ ਨਹੀਂ ਹੋਏਗਾ। ਤਾਂ ਇਸ ਦੇ ਵਿੱਚ ਅਸੀਂ ਕਿਵੇਂ ਸਟੱਡੀ ਸਿਲੈਕਟ ਕਰਾਂਗੇ? ਤਾਂ ਇੱਕ ਰਿਸਰਚਰ ਜਿਹੜਾ ਹੈਗਾ, ਸਭ ਤੋਂ ਪਹਿਲਾਂ ਜਿਵੇਂ ਅਸੀਂ ਕਾਲਜ ਦੀ ਐਗਜ਼ਾਮਪਲ ਦਿੱਤੀ ਸੀ ਕਲਸਟਰ ਸੈਂਪਲਿੰਗ ਅਤੇ ਮਲਟੀ ਸਟੇਜ ਦੇ ਵਿੱਚ, ਉਹੀ ਐਗਜ਼ਾਮਪਲ ਅਸੀਂ ਇੱਥੇ ਲੈ ਰਹੇ ਹਾਂ ਕਿ ਜਿਵੇਂ ਅਸੀਂ ਆਪਣੇ ਕਾਲਜ ਦੇ ਵਿਦਿਆਰਥੀਆਂ ਦਾ ਸੈਂਪਲ ਲੈਣਾ, ਤਾਂ ਅਸੀਂ ਪਹਿਲੀ ਸਟੇਜ ਕਿਹੜੀ ਬਣਾਈ? ਸਟਰੀਮਸ ਦੀ। ਕਿਹੜੀਆਂ 4 ਸਟਰੀਮਸ ਸੀਗੀਆਂ? ਆਰਟਸ, ਸਾਇੰਸ, ਕਮਰਸ ਅਤੇ ਕੰਪਿਊਟਰ। ਤਾਂ 4 ਸਟਰੀਮਸ ਬਣਾ ਲਈਆਂ। ਤਾਂ ਉਸ ਤੋਂ ਬਾਅਦ ਫਿਰ ਅਗਲੀ ਸਟੇਜ ਕਿਹੜੀ ਬਣਾਈ ਸੀ? ਕਲਾਸਾਂ ਦੀ, ਕਿ ਅਸੀਂ ਹਰ ਇੱਕ ਸਟਰੀਮ ਦੇ ਵਿੱਚੋਂ ਕਲਾਸਾਂ ਦੀ ਸਟਰੀਮ ਬਣਾ ਲਈ, ਸਟੇਜ ਬਣਾ ਲਈ। ਤਾਂ ਜਿਵੇਂ ਆਰਟਸ ਦੇ ਵਿੱਚ BA1, BA2, BA3, ਕਮਰਸ ਦੇ ਵਿੱਚ BCom1, BCom2, BCom3, ਸੇਮ ਦੂਜੀਆਂ ਸਟਰੀਮ ਦੇ ਉੱਤੇ। ਤਾਂ ਹੁਣ ਅਗਲੀ ਜਿਹੜੀ ਅਸੀਂ ਸੈਂਪਲ ਚੁਣਨਾ ਉਹ ਵੀ ਜਿਹੜਾ ਹੈ BA1 ਦੇ ਵਿੱਚੋਂ ਸੋਸ਼ਲ ਰਿਸਰਚਰ ਆਪਣੀ ਮਰਜ਼ੀ ਨਾਲ ਸੈਂਪਲ ਚੁਣੂਗਾ, ਅਤੇ BA2 ਦੇ ਵਿੱਚੋਂ ਸੋਸ਼ਲ ਰਿਸਰਚਰ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਉਸ ਦੇ ਵਿੱਚੋਂ ਸਿਲੈਕਟ ਕਰੇਗਾ ਸੈਂਪਲ ਨੂੰ, ਅਤੇ BA3 ਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਸਿਲੈਕਟ ਕਰੇਗਾ। ਸੇਮ BCom1 ਦੇ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਸੈਂਪਲ ਨੂੰ ਚੁਣੇਗਾ, BCom2 ਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਸੈਂਪਲ ਨੂੰ ਸਿਲੈਕਟ ਕਰੇਗਾ,
BCom 3 ਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਸਿਲੈਕਟ ਕਰੇਗਾ। ਅਤੇ ਸੇਮ ਸਾਇੰਸ ਅਤੇ ਕੰਪਿਊਟਰ ਦੇ ਉੱਤੇ ਉਵੇਂ ਲਾਗੂ ਹੋਏਗਾ। ਤਾਂ ਇਸ ਢੰਗ ਨਾਲ ਅਸੀਂ ਜਿਹੜਾ ਹੈ ਤਿੰਨੇ ਜੋ ਸਟੇਜਿਜ ਬਣੀਆਂ ਉਸ ਦੇ ਵਿੱਚ ਰਿਸਰਚਰ ਆਪਣੀ ਮਰਜ਼ੀ ਨਾਲ ਜਿਹੜਾ ਹੈ ਡਾਟੇ ਨੂੰ ਆਪਣੇ ਸੈਂਪਲ ਨੂੰ ਚੁਣਦਾ ਹੈ। ਤਾਂ ਉਸ ਦੇ ਵਿੱਚ ਜਿਹੜਾ ਹੈ ਸਾਰਾ ਸੈਂਪਲ ਉਹ ਆਪਣੀ ਮਰਜ਼ੀ ਨਾਲ ਚੁਣੇਗਾ। ਇਸ ਨੂੰ ਅਸੀਂ ਕਹਿੰਦੇ ਹਾਂ ਕੋਟਾ ਸੈਂਪਲਿੰਗ। ਇੱਕ ਗੱਲ ਯਾਦ ਰੱਖਣਾ ਪਿਆਰੇ ਵਿਦਿਆਰਥੀਓ, ਤਾਂ ਇੱਕ ਛੋਟੇ ਸਵਾਲਾਂ ਦੇ ਵਿੱਚ ਤੁਹਾਨੂੰ ਕੁਐਸਚਨ ਇਹ ਆ ਜਾਂਦਾ ਕਿ ਕਲਸਟਰ ਜਾਂ ਮਲਟੀ ਸਟੇਜ ਅਤੇ ਕੋਟਾ ਸੈਂਪਲਿੰਗ ਦੇ ਵਿੱਚ ਡਿਫਰੈਂਸ ਕੀ ਹੈ। ਡਿਫਰੈਂਸ ਸਿਰਫ ਇਹੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਂਡ ਵਾਲੀ ਸਟੇਜ ਦੇ ਵਿੱਚ ਜਿਹੜਾ ਹੈ ਕਲਸਟਰ ਸੈਂਪਲਿੰਗ ਦੇ ਵਿੱਚ ਉੱਥੇ ਅਸੀਂ ਲੋਟਰੀ ਮੈਥਡ ਜਾਂ ਟਿਪਟ ਮੈਥਡ ਜਾਂ ਡਰਮ ਮੈਥਡ ਅਪਲਾਈ ਕਰਦੇ ਹਾਂ, ਅਤੇ ਕੋਟਾ ਸੈਂਪਲਿੰਗ ਦੇ ਵਿੱਚ ਲਾਸਟ ਸਟੇਜ ਦੇ ਵਿੱਚ ਰਿਸਰਚਰ ਆਪਣੀ ਮਰਜ਼ੀ ਨਾਲ ਜਿਹੜਾ ਹੈ ਉਹ ਸੈਂਪਲ ਚੁਣਦਾ ਹੈ। ਤਾਂ ਇਹ ਡਿਫਰੈਂਸ ਸੀਗਾ। ਤਾਂ ਲਾਸਟ ਇੱਕ ਹੋਰ ਵਿਧੀ ਹੈ ਸਨੋਬਾਲਿੰਗ ਸੈਂਪਲਿੰਗ। ਇਹ ਖਿਆਲ ਰੱਖਣਾ ਪਿਆਰੇ ਵਿਦਿਆਰਥੀਓ 2 ਸਾਲਾਂ ਤੋਂ ਲਗਾਤਾਰ ਛੋਟੇ ਕੁਐਸਚਨਾਂ ਦੇ ਵਿੱਚ ਆ ਰਹੀ ਹੈ ਸਨੋਬਾਲਿੰਗ ਸੈਂਪਲਿੰਗ। ਤਾਂ ਸਨੋਬਾਲਿੰਗ ਸੈਂਪਲਿੰਗ ਕੀ ਹੈ? ਸਨੋਬਾਲਿੰਗ ਸੈਂਪਲਿੰਗ ਤੋਂ ਮਤਲਬ ਇਹ ਹੈ ਕਿ ਜਦੋਂ ਦੂਸਰੀਆਂ ਵਿਧੀਆਂ ਕਿਤੇ ਅਪਲਾਈ ਨਾ ਹੋਣ ਤਾਂ ਰਿਸਰਚਰ ਆਪਣੇ ਪਰਸਨਲ ਕੰਟੈਕਟਸ ਦੇ ਜ਼ਰੀਏ ਸੈਂਪਲ ਚੁਣੇ, ਉਸ ਨੂੰ ਅਸੀਂ ਸਨੋਬਾਲਿੰਗ ਸੈਂਪਲਿੰਗ ਕਹਿੰਦੇ ਹਾਂ। ਤਾਂ ਜਿਵੇਂ ਆਪਣੀ ਸੁਰਿੰਦਰਜੀਤ ਕੌਰ ਦੀ ਬੁੱਕ ਦੇ ਵਿੱਚ ਐਗਜ਼ੈਂਪਲ ਦਿੱਤੀ ਹੋਈ ਹੈ ਕਿ ਇੱਕ ਲੇਡੀ ਰਿਸਰਚਰ ਨੇ ਕ੍ਰਿਮੀਨਲ ਦੇ ਉੱਤੇ ਰਿਸਰਚ ਕਰਨੀ ਸੀ, ਪਰ ਉਸਨੂੰ ਕੋਈ ਕ੍ਰਿਮੀਨਲ ਨਹੀਂ ਸੀ ਜਾਣਦਾ। ਤਾਂ ਉਸਨੇ ਆਪਣੇ ਇੱਕ ਦੋਸਤ ਨੂੰ ਦੇ ਪਰਸਨਲ ਕੰਟੈਕਟਸ ਦੇ ਰਾਹੀਂ ਇਹ ਗੱਲ ਪੁੱਛੀ ਕਿ ਮੈਂ ਇੱਦਾਂ ਦੀ ਸਟੱਡੀ ਕਰਨੀ ਹੈ ਅਤੇ ਇਸ ਢੰਗ ਨਾਲ ਮੈਨੂੰ ਸੈਂਪਲ ਚਾਹੀਦਾ। ਤਾਂ ਉਸਨੇ ਅੱਗੇ ਆਪਣਾ ਨੰਬਰ ਦਿੱਤੇ ਕਿ ਤੁਸੀਂ ਇਸ ਨਾਲ ਗੱਲ ਕਰ ਲਓ। ਤਾਂ ਉਸ ਢੰਗ ਨਾਲ ਉਸਨੇ ਪਹਿਲਾਂ ਇੱਕ ਕ੍ਰਿਮੀਨਲ ਸਟੱਡੀ ਕੀਤੀ, ਫਿਰ ਦੂਜੇ ਕ੍ਰਿਮੀਨਲ ਨੂੰ ਆਪਣੇ ਪਰਸਨਲ ਕੰਟੈਕਟਸ ਦੇ ਜ਼ਰੀਏ ਸੰਪਰਕ ਕੀਤਾ। ਇਸ ਢੰਗ ਨਾਲ ਉਸਨੇ ਕਾਫੀ ਜਿਹੜਾ ਹੈ ਆਪਣਾ ਸੈਂਪਲ ਲੈ ਲਿਆ ਅਤੇ ਉਹ ਸਟੱਡੀ ਕੀਤੀ। ਤਾਂ ਪੁਆਇੰਟ ਕੀ ਹੈ ਕਿ ਸਨੋਬਾਲਿੰਗ ਸੈਂਪਲ ਤੋਂ ਮਤਲਬ ਕੀ ਹੈ ਕਿ ਜਦੋਂ ਇੱਕ ਰਿਸਰਚਰ ਆਪਣੇ ਪਰਸਨਲ ਕੰਟੈਕਟਸ ਦੇ ਜ਼ਰੀਏ ਕਿਸੇ ਸੈਂਪਲ ਦੀ ਚੋਣ ਕਰਦਾ ਹੈ ਅਤੇ ਫਿਰ ਸਟੱਡੀ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਸਨੋਬਾਲਿੰਗ ਸੈਂਪਲਿੰਗ। ਪਿਆਰੇ ਵਿਦਿਆਰਥੀਓ, ਇਹ ਸੀਗਾ ਅੱਜ ਦਾ ਸਾਡਾ ਟੌਪਿਕ ਸੈਂਪਲਿੰਗ ਮੈਥਡ। ਉਮੀਦ ਕਰਦਾ ਕਿ ਇਹ ਸਾਰਾ ਟੌਪਿਕ ਤੁਹਾਨੂੰ ਸਮਝ ਆਇਆ ਹੋਵੇਗਾ। ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾ ਸਕਾਂ, ਪਰ ਫਿਰ ਵੀ ਜੇ ਕੋਈ ਪ੍ਰੋਬਲਮ ਹੋਵੇ ਤੁਸੀਂ ਪੁੱਛ ਸਕਦੇ ਹੋ ਮੇਰੇ ਕੋਲ। ਥੈਂਕ ਯੂ।